ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਅੱਖਰਾਂ ਦਾ ਸਰਨਾਮਾ ਲੈ ਕੇ ਆਪ ਸਭ ਦੇ ਸਨਮੁਖ ਹੈ। ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪਾਂ ਨੇ ਸਿੱਖ ਫਲਸਫੇ ਦੀ ਗੱਲ ਕਰਨੀ ਹੈ, ਸਿੱਖ ਕਦਰਾਂ ਕੀਮਤਾਂ ਦੀ ਗੱਲ ਕਰਨੀ ਹੈ, ਸਿੱਖ ਲਿਟਰੇਚਰ ਦੀ ਵੀ ਗੱਲ ਕਰਨੀ ਹੈ ਔਰ ਸਿੱਖ ਸਾਹਿਤਕਾਰਾਂ ਦੀ, ਪੰਜਾਬੀ ਸਾਹਿਤਕਾਰਾਂ ਦੀ ਵੀ ਗੱਲ ਕਰਨੀ ਹੈ ਉਸ ਨਜ਼ਰੀਏ ਤੋਂ, ਉਸ ਦ੍ਰਿਸ਼ਟੀਕੋਣ ਤੋਂ ਜਿਹੜਾ ਗੁਰਮਤ ਦਾ ਦ੍ਰਿਸ਼ਟੀਕੋਣ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਹੈ। ਔਰ ਇਸ ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਨਾਲ ਹਾਜ਼ਰ ਨੇ ਆਪ ਸਭ ਦੀ ਜਾਣੀ ਪਛਾਣੀ ਸ਼ਖਸੀਅਤ ਡਾਕਟਰ ਦਲਜੀਤ ਸਿੰਘ ਵਿਰਕ ਜੀ, ਜਿਹੜੇ ਜਿੱਥੇ ਗੁਰਮੁਖ ਗੁਰਸਿੱਖ ਦੇ ਤੌਰ ਤੇ ਆਪਾਂ ਉਹਨਾਂ ਨੂੰ ਸਾਰੇ ਜਾਣਦੇ ਹਾਂ, ਗੁਰਦੁਆਰਾ ਪ੍ਰਬੰਧ ਦੇ ਤੌਰ ਤੇ ਆਪਾਂ ਸਾਰੇ ਉਹਨਾਂ ਨੂੰ ਜਾਣਦੇ ਹਾਂ, ਪੰਥਕ ਜਥੇਬੰਦੀਆਂ 'ਚ ਵਿਚਰਨ ਦੇ ਤੌਰ ਤੇ ਆਪਾਂ ਸਾਰੇ ਉਹਨਾਂ ਨੂੰ ਜਾਣਦੇ ਹਾਂ, ਉੱਥੇ ਉਹਨਾਂ ਦੀ ਜਿਹੜੀ ਸੰਸਾਰਕ ਐਜੂਕੇਸ਼ਨ ਹੈ ਉਹ ਵੀ ਬਹੁਤ ਉੱਚ ਪੱਧਰ ਦੀ ਹੈ। ਪੰਜਾਬ ਤੋਂ ਪੜ੍ਹਾਈ ਸ਼ੁਰੂ ਕਰਕੇ ਇੰਗਲੈਂਡ ਤੱਕ ਤੋਂ UK ਤੱਕ ਤੋਂ ਉਹਨਾਂ ਨੇ ਵੱਡੀਆਂ ਯੂਨੀਵਰਸਿਟੀਆਂ ਤੋਂ ਪੜ੍ਹਾਈ ਕੀਤੀ। ਫਿਰ ਇੱਥੋਂ ਆਪਣੇ ਦੇਸ਼ ਦੀ ਜਾਂ ਪੰਜਾਬ ਦੀ ਸੇਵਾ ਦੇ ਲਈ ਉਚੇਚੇ ਤੌਰ ਤੇ ਵਾਪਸ ਗਏ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਰਿਸਰਚ ਸਕਾਲਰ ਦੇ ਤੌਰ ਤੇ ਕੰਮ ਕੀਤਾ। ਬਾਅਦ 'ਚ ਉੱਥੋਂ ਫਿਰ ਇੰਗਲੈਂਡ ਆ ਗਏ। ਇੱਥੇ ਵੇਲਜ਼ ਦੀ ਯੂਨੀਵਰਸਿਟੀ, ਬੈਂਗਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਰਿਸਰਚ ਸਕਾਲਰ ਦੇ ਤੌਰ ਤੇ ਵੱਡਾ ਨਾਮਣਾ ਖੱਟਿਆ ਤੇ ਬਰਤਾਨਵੀ ਮੁਲਕਾਂ ਨੇ ਉਹਨਾਂ ਨੂੰ OBE ਦੀ ਜਿਹੜਾ ਸਨਮਾਨ ਹੁੰਦਾ, ਕਿਤਾਬ ਹੁੰਦਾ, ਉਹਦੇ ਨਾਲ ਸਨਮਾਨਿਤ ਵੀ ਕੀਤਾ। ਔਰ ਐਡੀ ਵੱਡੀ ਸ਼ਖਸੀਅਤ ਅੱਜ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਦੇ ਵਿੱਚ ਹਾਜ਼ਰ ਹੈ। ਉਹਨਾਂ ਦੀ ਆਮਦ ਨੂੰ ਜੀ ਆਇਆਂ ਆਖਦੇ ਹਾਂ, ਫਤਿਹ ਸਾਂਝੀ ਕਰਦੇ ਹਾਂ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਮੈਂ ਗੱਲ ਹੋਰ ਕਰਨਾ ਚਾਹੁੰਦਾ ਕਿ ਜਿੱਥੇ ਉਹ ਵੱਖ-ਵੱਖ ਵਿਸ਼ਿਆਂ ਦੇ ਉੱਤੇ ਰਿਸਰਚ ਸਕਾਲਰ ਦੇ ਤੌਰ ਦੇ ਉੱਤੇ, ਖੇਤੀਬਾੜੀ ਦੇ ਵਿਸ਼ਿਆਂ ਦੇ ਉੱਤੇ, ਫਸਲਾਂ ਦੇ ਉੱਤੇ, ਇਹ ਬੀਜਾਂ ਦੀਆਂ ਨਸਲਾਂ ਦੇ ਉੱਤੇ ਵੱਖ-ਵੱਖ ਯੂਨੀਵਰਸਿਟੀਆਂ ਦੁਨੀਆ ਭਰ ਜਾ ਕੇ ਪਰਚੇ ਪੜ੍ਹਦੇ ਨੇ, ਪਰ ਉਹਨਾਂ ਕੋਲ ਜਿਹੜਾ ਵਿਗਿਆਨ ਦਾ ਗਿਆਨ ਹੈ ਉਹਦੇ ਨਾਲ ਉਹਨਾਂ ਕੋਲ ਜਿਹੜਾ ਗੁਰਮਤ ਦਾ ਗਿਆਨ ਹੈ, ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਉਹਨਾਂ ਨੇ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਇਹ ਮਨ ਦੀ ਗੱਲ ਚੱਲ ਰਹੀ ਹੈ ਉਹਨੂੰ ਵੀ ਗੁਰਮਤ ਨਾਲ ਜੋੜ ਕੇ, ਗੁਰਬਾਣੀ ਨਾਲ ਜੋੜ ਕੇ, ਅੱਜ ਦੀਆਂ ਸਾਰੀਆਂ ਖੋਜਾਂ ਨਾਲ ਜੋੜ ਕੇ ਕਿਤਾਬ ਲਿਖੀ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਵੱਡੀ ਕਿਤਾਬ ਹੈ। ਵੱਡੀ ਕਿਤਾਬ ਆਮ ਤੌਰ 'ਤੇ ਅੱਜ ਦੇ ਸਮਿਆਂ 'ਚ ਪੜ੍ਹਨੀ ਆਮ ਬੰਦੇ ਲਈ ਔਖੀ ਹੁੰਦੀ ਹੈ, ਪਰ ਉਸ ਕਿਤਾਬ ਦੇ ਵਿੱਚ ਜਿਹੜੇ ਵਿਸ਼ੇ ਹੋਏ ਗਏ ਨੇ, ਮੈਂ ਸੋਚਦਾ ਹਰ ਜਗਿਆਸੂ ਗੁਰਸਿੱਖ ਨੂੰ ਪੜ੍ਹਨੀ ਜ਼ਰੂਰ ਚਾਹੀਦੀ ਹੈ। ਵੈਸੇ ਤਾਂ ਆਪਣੇ ਮਨ ਨੂੰ ਸਮਝਣ ਲਈ ਹਰ ਮਨੁੱਖ ਨੂੰ ਪੜ੍ਹਨੀ ਚਾਹੀਦੀ ਹੈ, ਉਹਦੇ 'ਚ ਗੁਰਮਤ ਦੀ ਗੱਲ ਨਹੀਂ, ਸਿੱਖ ਦੀ ਗੱਲ ਵੀ ਨਹੀਂ, ਹਰ ਮਨੁੱਖ ਨੂੰ ਪੜ੍ਹਨੀ ਚਾਹੀਦੀ ਹੈ ਕਿਉਂਕਿ ਮਨ ਤਾਂ ਹਰ ਮਨੁੱਖ ਦੇ ਕੋਲ ਹੈ। ਉਸ ਕਿਤਾਬ ਨੂੰ ਹੀ ਬੇਸ ਬਣਾ ਕੇ, ਉਹਨੂੰ ਆਧਾਰ ਬਣਾ ਕੇ ਡਾਕਟਰ ਸਾਹਿਬ ਨਾਲ ਮੈਂ ਗੱਲ ਕਰਨੀ ਹੈ। ਕੁਝ ਪ੍ਰੋਗਰਾਮ ਉਸ ਕਿਤਾਬ ਦੇ ਉੱਤੇ ਇਹ ਕਰਾਂਗੇ, ਕੁਝ ਗੱਲਾਂ ਉਸ ਕਿਤਾਬ ਦੇ ਵਿੱਚੋਂ ਕਰਾਂਗੇ ਤਾਂ ਕਿ ਉਸ ਕਿਤਾਬ ਦਾ ਸਾਰ ਅੰਸ਼ ਘੱਟੋ ਘੱਟ ਆਪ ਸਭ ਨਾਲ ਸਾਂਝਾ ਕੀਤਾ ਜਾ ਸਕੇ, ਉਸ ਅੰਦਾਜ਼ ਦੇ ਵਿੱਚ ਅੱਜ ਦੇ ਸਮੇਂ 'ਚ ਗੁਰਮਤ ਨੂੰ ਸਮਝਿਆ ਜਾ ਸਕੇ, ਸਾਰੇ ਸੰਸਾਰ ਦੇ ਗਿਆਨ ਦੇ ਸੰਦਰਭ ਵਿੱਚ ਰੱਖ ਕੇ। ਡਾਕਟਰ ਸਾਹਿਬ ਜੀ, ਬਿਨਾਂ ਕਿਸੇ ਵੱਡੀ ਭੂਮਿਕਾ ਤੋਂ ਮੈਂ ਕਿਤਾਬ ਪਹਿਲਾਂ ਹੀ ਜਿਹੜਾ ਸਬਜੈਕਟ ਉੱਥੋਂ ਸ਼ੁਰੂ ਕਰਾਂ ਮੈਂ ਗੱਲ, ਇਹਨੂੰ ਆਪਾਂ ਮਨੁੱਖ ਦੀ ਬਣਤਰ ਦੇ ਉੱਤੇ ਗੱਲ ਕਰਾਂਗੇ। ਗੁਰਮਤ ਨੇ ਮਨੁੱਖ ਦੇ ਵਿਕਾਸ ਦੀ ਯਾਤਰਾ ਨੂੰ ਕਿਵੇਂ ਬਿਆਨਿਆ? ਠੀਕ ਹੈ, ਹਾਂਜੀ, ਇਹਦੇ 'ਚ ਹਾਂਜੀ। ਮੈਂ ਪਹਿਲਾਂ ਤੇ ਰਾਣਾ ਜੀ ਆਪ ਦਾ ਬਹੁਤ ਬਹੁਤ ਧੰਨਵਾਦ, ਸੰਗਤ TV ਦਾ ਬਹੁਤ ਧੰਨਵਾਦ। ਤੇ ਥੋੜ੍ਹੀ ਜਿਹੀ ਗੱਲ ਮੈਂ ਸ਼ੁਰੂ ਇਹ ਵੀ ਕਰ ਦੇਵਾਂ ਕਿ ਇਹ ਜਿਹੜੀ ਕਿਤਾਬ ਦਾ ਤੁਸੀਂ ਜ਼ਿਕਰ ਕੀਤਾ, ਇਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣੇ ਵਾਲਿਆਂ ਨੇ ਛਪਾਈ ਆ ਔਰ ਉੱਥੋਂ ਇਹ ਮਿਲਦੀ ਆ। ਕਈ ਉਹਨਾਂ ਮੈਨੂੰ ਫਿਰ ਬਾਅਦ ਦੇ ਵਿੱਚ ਸਰੋਤੇ ਕਹਿਣਗੇ ਵੀ ਕਿੱਥੋਂ ਮਿਲਦੀ, ਮੈਂ ਇਸ ਕਰਕੇ ਮੈਂ ਕਿਹਾ ਸੋਚ ਐਮਾਜ਼ਨ ਤੇ ਵੀ ਅੱਜ ਕੱਲ੍ਹ ਉਹਨਾਂ ਨੇ ਪਾ ਦਿੱਤੀ ਆ। ਫਿਰ ਨੈਸ਼ਨਲ ਮਿਊਜ਼ੀਅਮ ਜਿਹੜਾ ਡਰਬੀ ਸਿੰਘ ਸਭਾ ਦਾ ਗੁਰਦੁਆਰਾ ਦਾ, ਉਹਨਾਂ ਦੇ ਉੱਤੋਂ ਜੇ ਤੁਸੀਂ PDF ਡਾਊਨਲੋਡ ਕਰਨੀ ਹੋਵੇ ਤੇ ਉਹ ਵੀ ਹੋ ਸਕਦੀ ਆ। ਸਿੱਖ ਬੁੱਕ ਕਲੱਬ ਦੇ ਉੱਤੋਂ ਵੀ PDF ਇਸ ਦੀ ਡਾਊਨ ਕੀਤੀ ਜਾ ਸਕਦੀ ਹੈ। ਬਹੁਤ ਕੀਮਤੀ ਕਿਤਾਬ ਹੈ। ਸੋ ਇਹ ਸੋਰਸਿਸ ਹੈਗੇ ਨੇ ਤੇ ਮੈਂ ਕਿਹਾ ਪਹਿਲਾਂ ਮੈਂ ਸਾਂਝੇ ਕਰ ਲਾਂ। ਤੁਸੀਂ ਕੀਤੀ ਗੱਲ ਮਨੁੱਖ ਦੀ, ਜੀ ਹਾਂ, ਗੁਰਮਤ ਨੇ ਮਨੁੱਖ ਦੇ ਵਿਕਾਸ ਦੀ ਯਾਤਰਾ ਨੂੰ ਕਿਵੇਂ ਗੱਲ ਆਪਾਂ ਜੇ ਕਰੀਏ ਮਨੁੱਖ ਦੀ, ਤੇ ਇਹ ਇੱਕ ਮਹਾਰਾਜ ਨੇ, ਪ੍ਰਮਾਤਮਾ ਨੇ ਇੱਕ ਖੇਲ ਰਚਾਇਆ ਜੀ। ਇਸ ਖੇਲ ਦੇ ਵਿੱਚ ਮਨੁੱਖ ਨੂੰ ਸਭ ਤੋਂ ਉੱਪਰ ਉਹਨੇ ਬਣਾਇਆ ਕਿਉਂਕਿ ਅਬਰਜੋਨ ਤੇਰੀ ਪਨਹਾਰੀ ਹੈ ਨਾ ਜੀ, ਤੇ ਇਸ ਧਰਤੀ ਮੈਂ ਤੇਰੀ ਸਕਦਾਰੀ ਜੀ ਹਾਂ। ਇਹ ਸਾਰੀ ਧਰਤੀ ਦੇ ਉੱਤੇ ਮਨੁੱਖ ਦੀ ਸਕਦਾਰੀ ਆ ਔਰ ਇਹ ਜਿਹੜਾ ਸਾਰਾ ਸਿਸਟਮ ਪ੍ਰਮਾਤਮਾ ਨੇ ਬਣਾਇਆ ਇਹ ਐਵੋਲੂਸ਼ਨਰੀ ਸਿਸਟਮ ਹੈ। ਮੈਂ ਇੱਕ ਇਹ ਵੀ ਅਰਜ਼ ਕਰ ਦੇਵਾਂ ਕਿ ਸਿਰਫ ਤੇ ਸਿਰਫ ਇੱਕ ਸਿੱਖ ਧਰਮ ਹੈ ਜਿਹੜਾ ਕਿ ਐਵੋਲੂਸ਼ਨ ਦੇ ਪ੍ਰੋਸੈਸ ਦੇ ਵਿੱਚ ਬਿਲੀਵ ਕਰਦਾ ਹੈ। ਬਾਕੀ ਧਰਮ ਸ਼ਾਇਦ ਬਾਕੀ ਧਰਮ ਜਿਹੜਾ ਉਹ ਸਪੈਸ਼ਲ ਡਿਜ਼ਾਈਨ ਨੇ ਬਿਲੀਵ ਕਰਦੇ ਨੇ,
ਤੇ ਉਹ ਕਹਿੰਦੇ ਨੇ ਜਿੱਦਾਂ ਮਨੁੱਖ ਆ, ਮਨੁੱਖ ਨੂੰ ਐਜ਼ ਮਨੁੱਖ ਦੇ ਤੌਰ ਤੇ ਸਿੱਧੇ ਤੌਰ ਤੇ ਬਣਾ ਕੇ ਪ੍ਰਮਾਤਮਾ ਨੇ ਰੱਖ ਦਿੱਤਾ। ਹਾਂਜੀ, ਗੁਰਬਾਣੀ ਇਸ ਗੱਲ ਨੂੰ ਖੰਡਨ ਕਰਦੀ ਆ ਔਰ ਇਹ ਚੀਜ਼ ਸਾਇੰਸ ਦੇ ਬਿਲਕੁਲ ਜੋ ਸਾਇੰਸ ਕਹਿੰਦੀ ਹੈ ਸਾਇੰਸ ਦੇ ਨਾਲ ਜੁੜਦੀ ਮਿਲਦੀ ਹੈ। ਜੀ। ਸੋ ਮੈਂ ਕਹੂੰਗਾ ਕਿ ਸਿੱਖ ਧਰਮ ਆਧੁਨਿਕ ਧਰਮ ਹੋਣ ਕਰਕੇ ਇਹਦੇ ਜਿਹੜੇ ਪੁਰਾਤਨ ਧਰਮਾਂ ਦੀਆਂ ਜਿਹੜੀਆਂ ਕਈ ਕਨਸੈਪਟ ਸੀ, ਕਈ ਧਾਰਨਾਵਾਂ ਸੀ, ਉਹਨਾਂ ਨੂੰ ਖੋਲ ਕੇ ਸਤਿਗੁਰਾਂ ਨੇ ਬਿਆਨ ਕੀਤਾ ਜੀ। ਬਹੁਤ ਤਰੀਕੇ ਦੇ ਨਾਲ। ਜੀ। ਔਰ ਉਸ ਤੇ ਜੇ ਆਪਾਂ ਗੱਲ ਕਰੀਏ ਤੇ ਐਵੋਲੂਸ਼ਨ ਦੇ ਵਿੱਚ ਦੇਖੋ ਜਿਹੜਾ ਸੰਸਾਰ ਆ, ਕਿਸੇ ਨੂੰ ਕੋਈ ਪਤਾ ਨਹੀਂ ਕਦੋਂ ਸੰਸਾਰ ਬਣਿਆ ਹੈ। ਜੀ। ਗੁਰੂ ਸਾਹਿਬ ਕਹਿੰਦੇ ਵੀ ਉਹ ਤਾਂ ਜਪਜੀ ਦੇ ਖੇਤਵਾਰ ਵਿੱਚ ਨਾ ਜੋਗੀ ਜਾਣੇ ਹਨ, ਹਾਂ, ਬਿਲਕੁਲ। ਕਿਸੇ ਨੂੰ ਕੋਈ ਪਤਾ ਨਹੀਂ, ਪਰ ਸਾਇੰਸ ਨੇ ਕਿਆਫੇ ਲਾਏ ਆ। ਜੀ। ਤੇ ਜੇ ਆਪਾਂ ਕਿਆਫੇ ਸਾਇੰਸ ਲਾਈਏ, ਦੇ ਵੀ ਕਿਆਫੇ ਹੀ ਆ। ਕਿਆਫੇ ਹੀ ਆ। ਜੀ। ਕਿਆਫੇ ਦੇਖੋ ਜਿਹੜੇ ਸੋਲਰ ਸਿਸਟਮ ਆ ਨਾ, ਹਾਂਜੀ। ਇਹ ਸੋਲਰ ਸਿਸਟਮ ਨੂੰ ਸਾਇੰਸ ਕਹਿੰਦੀ ਆ ਕਿ ਕੋਈ 3.5-4 ਬਿਲੀਅਨ ਸਾਲ ਪਹਿਲਾਂ ਜੀ। ਇਹ ਬਣਿਆ, ਜਿਹੜਾ ਸੂਰਜ ਮੰਡਲ ਆਪਣਾ ਜਿਹੜਾ ਪ੍ਰੈਜ਼ੈਂਟ ਸੂਰਜ ਮੰਡਲ ਆ। ਸੋ ਇਹ 3 ਤੋਂ 4 ਬਿਲੀਅਨ ਸਾਲ ਪਹਿਲਾਂ ਇਹ 4 ਅਰਬ ਸਾਲ ਆਪਾਂ ਪੰਜਾਬੀ ਚ 4 ਅਰਬ 100 ਮਿਲੀਅਨ ਦਾ ਇੱਕ ਹਾਂਜੀ। 100 ਕਰੋੜ ਦਾ ਇੱਕ ਬਿਲੀਅਨ ਬਣਦਾ। ਬਿਲਕੁਲ 4 ਤੇ 2 ਤੋਂ 2.5 ਆਪਣਾ ਕਹਿ ਲਓ ਬਿਲੀਅਨ ਈਅਰ ਜਿਹੜਾ ਉਦੋਂ ਇਹ ਜੀਵਨ ਸ਼ੁਰੂ ਹੋਇਆ ਇਸ ਧਰਤੀ ਤੇ। ਇਸ ਤੋਂ ਪਹਿਲਾਂ ਜੀਵਨ ਹੈ ਨਹੀਂ ਸੀਗਾ। ਤੇ ਗੁਰੂ ਸਾਹਿਬ ਨੇ ਤੇ ਬੜਾ ਕਲੀਅਰ ਕਰ ਦਿੱਤਾ ਵੀ ਕੀ ਸੀ ਪਹਿਲਾਂ, ਸਾਚੇ ਤੇ ਪਵਨਾ ਪਿਆ। ਇੱਕ ਪ੍ਰੋਸੈਸ ਦੱਸਦਾ ਸਤਿਗੁਰਾਂ ਨੇ ਵੀ ਸੱਚ ਪਰਮਾਤਮਾ ਸੀ। ਉਹਨੇ ਪਹਿਲਾਂ ਸਭ ਤੋਂ ਕਿਹਾ ਵੀ ਮੇਰੇ ਉਹਦੇ ਜਦੋਂ ਅਫੁਰ ਤੋਂ ਸਫੁਰ ਹੋਇਆ, ਸਫੁਰ ਹੋਣ ਦੀ ਆਵਾਜ਼ ਕੱਢੀ ਉਹਨਾਂ ਨੇ, ਤੇ ਇੱਕੋ ਹੀ ਗੱਲ ਜਦੋਂ ਹੋਈ, ਉਹਦੀ ਇੰਨੀ ਪਾਵਰਫੁਲ ਆਵਾਜ਼ ਸੀ ਕਿ ਉਹ ਮੰਤਰ ਕਿਸੇ ਕੋਲ ਨਹੀਂ ਹੈਗਾ ਹੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਹਨਾ। ਸਾਚੇ ਤੇ ਪਵਨਾ ਪਿਆ, ਸਾਚੇ ਤੇ ਪਵਨਾ ਪਿਆ। ਸਭ ਤੋਂ ਪਹਿਲੀ ਚੀਜ਼ ਕ੍ਰੀਏਟ ਹੋਈ ਆ ਪੌਣ। ਪੌਣ ਦਾ ਮਤਲਬ ਫਿਰ ਉਸ ਤੋਂ ਬਾਅਦ ਪੌਣ ਤੋਂ ਕਹਿੰਦਾ ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਫਿਰ ਜਲ ਬਣਿਆ। ਜਲ ਬਣਿਆ ਆਕਸੀਜਨ ਤੇ ਆਪਣਾ ਹਾਈਡਰੋਜਨ ਤੇ ਆਕਸੀਜਨ ਦੇ ਮੋਲੀਕਿਊਲ ਤੁਸੀਂ ਮੇਲ ਕਰ ਦਿਓ, ਇਹ ਸਾਇੰਸ ਨੇ ਬਾਅਦ ਚ ਲੱਭੇ ਆ, ਹਨਾ। OH2 ਬਣਦਾ, H2O ਬਣਦਾ। ਤੇ ਫਿਰ ਜਲ ਤੇ ਤ੍ਰਿਪਵਨ ਸਾਜਿਆ। ਜਦੋਂ ਜਲ ਆ ਜਾਂਦਾ, ਜਲ ਜੀਵਨ ਆ। ਹਾਂਜੀ, ਇਹਦਾ ਮਤਲਬ ਜੀਵਨ ਜਲ ਤੋਂ ਸ਼ੁਰੂ ਹੋ ਗਿਆ। ਸਾਇੰਸ ਵੀ ਇਹ ਕਹਿੰਦੀ ਜਲ ਚ ਪਹਿਲਾਂ ਜੀਵ ਪੈਦਾ ਹੋਏ ਤੇ ਫਿਰ ਹਾਂ, ਜਲ ਜੀਵਨ ਆ। ਜਲ ਤੇ ਤ੍ਰਿਪਵਨ ਸਾਜਿਆ, ਘਟ ਘਟ ਜੋਤ ਸਮੋਏ। ਤੇ ਜਲ ਤੋਂ ਇਹ ਸਾਰੀ ਸ੍ਰਿਸ਼ਟੀ ਸਾਜ ਕੇ, ਉਹਦੇ ਵਿੱਚ ਜੀਵਨ ਸਾਜ ਕੇ ਤੇ ਆਪਣਾ ਆਪ ਨੂੰ ਘਟ ਘਟ ਦੇ ਵਿੱਚ ਸਮਾ ਦਿੱਤਾ ਉਹਨੇ। ਜੀ ਹਾਂ। ਹਰ ਚੀਜ਼ ਵਿੱਚ ਜਿੰਨੀ ਵੀ ਐਗਜ਼ਿਸਟੈਂਸ ਹੈ, ਮੈਂ ਅਰਜ਼ ਕਰਾਂ, ਜਿੰਨੀ ਵੀ ਸ੍ਰਿਸ਼ਟੀ ਆ, ਇਹ ਸਾਰੀ ਦੇ ਵਿੱਚ ਪਰਮਾਤਮਾ ਆਪ ਬੈਠਾ ਹੈ। ਔਰ ਸਤਿਗੁਰ ਦੀ ਸੋਈ ਅੰਤਰ, ਹਾਂਜੀ, ਸੋਈ ਬਾਹਰ, ਸੋਈ ਅੰਤਰ ਸੋਈ ਬਾਹਰ, ਹਨਾ। ਉਹੋ ਹੀ ਅੰਤਰ ਆ, ਉਹੋ ਹੀ ਬਾਹਰ ਹੈ। ਇਹ ਸਾਰੀ ਸ੍ਰਿਸ਼ਟੀ ਉਹਦੀ ਬੋਡੀ ਦੇ ਅੰਦਰ ਆ ਤੇ ਸ੍ਰਿਸ਼ਟੀ ਵੀ ਉਹਦੀ ਆਪਣੀ ਬੋਡੀ ਆ, ਜਿਸ ਕਰਕੇ ਇਹਦਾ ਕੋਈ ਨਖੇੜਾ ਨਹੀਂ ਹੈਗਾ। ਬਾਕੀ ਇਹ ਕਿਉਂ ਫਰਕ ਆ, ਉਹ ਅੱਗੇ ਆਪਾਂ ਥੋੜਾ ਜਿਹਾ ਗੱਲ ਕਰ ਲਾਂਗੇ। ਤੇ ਸਤਿਗੁਰਾਂ ਨੇ ਕਿਹਾ ਕਿ ਇਹ ਜਿਹੜਾ ਪ੍ਰੋਸੈਸ ਜੋ ਛੱਡ ਦਿੱਤਾ ਨਾ ਉਹਨਾਂ ਨੇ, ਪਹਿਲਾਂ ਪਵਨਾ ਆ ਗਿਆ, ਜਲ ਆ ਗਿਆ, ਫਿਰ ਜੀਵ ਜੰਤੂ ਆ ਗਿਆ। ਇਹਨੂੰ 1 ਮਿੰਟ ਵਿੱਚ ਨਹੀਂ ਹੋਇਆ, ਕਰੋੜਾਂ ਸਾਲਾਂ ਵਿੱਚ ਹੋਇਆ। ਇਹ ਪ੍ਰੋਸੈਸ ਸੀਗਾ। ਇਸ ਪ੍ਰੋਸੈਸ ਨੂੰ ਐਵੋਲੂਸ਼ਨਰੀ ਪ੍ਰੋਸੈਸ ਕਹਿੰਦੇ ਆ। ਤੇ ਜਿੱਦਾਂ ਮੈਂ ਗੱਲ ਕੀਤੀ ਸੀ ਕਿ ਜਿਹੜਾ ਜੀਵਨ ਆ ਇਸ ਧਰਤੀ ਤੇ ਕੋਈ 2.5 ਬਿਲੀਅਨ ਸਾਲ ਪਹਿਲਾਂ ਹੋਇਆ, ਜਿਹਦੇ ਵਿੱਚ ਪਹਿਲਾਂ ਇੱਕ ਸਿੰਪਲ ਜੀਵ ਸੀਗੇ, ਉਸ ਤੋਂ ਬਾਅਦ ਕੰਪਲੈਕਸ ਜੀਵ ਬਣੇ, ਯੌਗਿਕ ਬਣੇ, ਤੇ ਤਕਰੀਬਨ ਪੌਦੇ ਤੇ ਜੀਵ ਜਿਹੜੇ ਆ ਉਹ ਤਕਰੀਬਨ 1.5 ਮਿਲੀਅਨ ਸਾਲ ਪਹਿਲਾਂ ਹੋਏ ਆ। ਜੀ। ਤੇ ਇੱਕ ਮੈਂ ਅਰਜ਼ ਕਰਾਂ, ਸਾਇੰਸ ਦਾ ਅੰਦਾਜ਼ਾ, ਸਾਇੰਸ ਦਾ ਕਿਆਫਾ ਹੈ, ਗੁਰੂ ਸਾਹਿਬ ਨੇ ਨਹੀਂ ਇਹ ਗੱਲ ਕਹੀ, ਸਾਇੰਸ ਦਾ ਕਿਆਫਾ ਹੈ। ਜਦੋਂ ਇਹ ਪ੍ਰੋਸੈਸ ਆਫ ਐਵੋਲੂਸ਼ਨ ਹੁੰਦਾ ਨਾ, ਇਹਦੇ 2-3 ਅਸੂਲ ਨੇ। ਪਹਿਲਾ ਅਸੂਲ ਹੈਗਾ ਆ ਕਿ ਵੇਰੀਏਸ਼ਨ ਕ੍ਰੀਏਟ ਹੋਣੀ। ਜਦੋਂ ਇੱਕ ਚੀਜ਼ ਤੋਂ ਨਵੀਂ ਚੀਜ਼ ਬਣਨੀ ਆ ਨਾ, ਜਿਹੜੀ ਪੁਰਾਣੀ ਚੀਜ਼ ਆ ਉਹਦੇ ਵਿੱਚ ਡਿਫਰੈਂਸਿਸ, ਡਾਈਵਰਸਿਟੀ, ਵੇਰੀਏਸ਼ਨ ਹੋਵੇ। ਇਹ ਪਹਿਲਾ ਪ੍ਰੋਸੈਸ। ਸਤਿਗੁਰਾਂ ਨੇ ਇਸ ਗੱਲ ਨੂੰ ਤਸਦੀਕ ਕੀਤਾ। ਉਹ ਕਹਿੰਦੇ ਆ, ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ। ਇਹ ਜਿਹੜਾ ਹੈ ਨਾ, ਕੋਈ ਨਾ ਕਿਸੇ ਜਿਹਾ ਪਾਇਆ, ਵੇਰੀਏਸ਼ਨ ਕ੍ਰੀਏਟ ਕਰਦੀ। ਇਹੋ ਡਾਰਵਿਨ ਕਹਿੰਦਾ ਕਿ ਜਦੋਂ ਐਵੋਲੂਸ਼ਨ ਹੁੰਦਾ ਆ, ਸਭ ਤੋਂ ਪਹਿਲਾਂ ਵੇਰੀਏਸ਼ਨ ਕ੍ਰੀਏਟ ਹੁੰਦੀ ਆ, ਫਰਕੇ ਪੈਂਦੇ ਨੇ। ਫਰਕਾਂ ਦੇ ਵਿੱਚ ਕੀ ਹੁੰਦਾ ਕਿ ਕੋਈ ਫਰਕ ਦੇ ਵਿੱਚ ਕੋਈ ਚੰਗਾ ਹੁੰਦਾ, ਕੋਈ ਮਾੜਾ ਹੁੰਦਾ, ਕੋਈ ਤਗੜਾ ਹੁੰਦਾ, ਕੋਈ ਹੌਲਾ ਹੁੰਦਾ। ਇਹਨੂੰ ਕਹਿੰਦੇ ਕੰਪੀਟੀਸ਼ਨ। ਜੀ ਹਾਂ। ਜਦੋਂ ਜ਼ਿਆਦਾ ਚੀਜ਼ਾਂ ਵੱਖਰੀ ਵੱਖਰੀ ਆ ਜਾਂਦੀਆਂ, ਉਦੋਂ ਕੰਪੀਟੀਸ਼ਨ ਹੋਣਾ ਚਾਹੀਦਾ। ਕੰਪੀਟੀਸ਼ਨ ਦੇ ਵਿੱਚ ਸਟਰਗਲ ਹੁੰਦੀ ਹੈ ਐਗਜ਼ਿਸਟੈਂਸ ਦੀ, ਵੀ ਕਿਹੜਾ ਤਗੜਾ ਬਚੂਗਾ। ਉਹਦੇ ਵਿੱਚ ਜਿਹੜਾ ਬਚਣ ਵਾਲਾ ਹੁੰਦਾ ਹੈ ਨਾ, ਉਹ ਬਚ ਜਾਂਦਾ, ਦੂਜਾ ਜਿਹੜਾ ਉਹ ਜਾਂਦਾ ਰਹਿੰਦਾ। ਜਿੱਦਾਂ ਗੁਰੂ ਸਾਹਿਬ ਨੇ ਕਿਹਾ, ਜੀਆਂ ਕਾ ਆਹਾਰ ਜੀ, ਖਾਣਾ ਇਹ ਕਰਿਓ। ਜੇ ਜੀਆਂ ਦਾ ਆਹਾਰ ਜੀ ਹੈ, ਇਹਦਾ ਮਤਲਬ ਜੀ ਨੂੰ ਖਾਣਾ ਕਿਸੇ ਨੇ ਤੇ ਜੀ ਨੇ ਬਚਣਾ। ਹਾਂਜੀ, 2 ਮੈਕੈਨਿਜ਼ਮ ਹੋ ਗਿਆ ਨਾ। ਇੱਕ ਕਿਸੇ ਨੇ ਖਾਣ ਆਉਣਾ, ਤੁਹਾਡੇ ਤੇ ਅਟੈਕ ਕਰਨਾ, ਉਹਨੇ ਤਰੀਕੇ ਲੱਭਣੇ, ਮੈਂ ਕਿੱਦਾਂ ਇਹਨੂੰ ਖਾਵਾਂ। ਦੂਜੇ ਨੇ ਕਹਿਣਾ ਮੈਂ ਤੋਂ ਬਚਣਾ ਕਿੱਦਾਂ, ਇਹਦਾ ਮਤਲਬ ਕੰਪੀਟੀਸ਼ਨ ਆ ਗਿਆ। ਹੁਣ ਇਹਦੇ ਵਿੱਚ ਨਵੀਆਂ ਚੀਜ਼ਾਂ ਬਣਦੀਆਂ, ਜਿੱਦਾਂ ਹੁਣ ਸਾਡੇ ਵਿੱਚ ਬਿਮਾਰੀਆਂ ਆਉਂਦੀਆਂ, ਬਿਮਾਰੀਆਂ ਵਿੱਚ ਅਸੀਂ ਇਲਾਜ ਲੱਭਦੇ ਨਵੇਂ-ਨਵੇਂ, ਪਰ ਉਹ ਇਲਾਜ ਆਉਂਦਾ ਤੇ ਬਿਮਾਰੀ ਜਿਹੜੀ ਆ ਫਿਰ ਨਵੀਂ ਬਣ ਜਾਂਦੀ ਆ। ਕੰਪੀਟੀਸ਼ਨ ਆ ਨਾ। ਬਿਮਾਰੀ ਕਹਿੰਦੀ ਮੈਂ ਵੀ ਬਚਣਾ, ਤੂੰ ਮੈਨੂੰ ਬਿਲਕੁਲ ਥੋੜਾ ਮਾਰ ਦੇਂਗਾ।
ਇਸ ਕਰਕੇ ਇਹ ਸਤਿਗੁਰ ਨੇ ਇੱਕ ਪਰਮਾਤਮਾ ਨੇ ਇੱਕ ਐਜੀ ਖੇਡ ਬਣਾਈ ਆ ਕਿ ਹਰ ਚੀਜ਼ ਦੇ ਵਿੱਚ ਵੇਰੀਏਸ਼ਨ ਕੀਤੀ ਆ ਜੀ ਵੇਰੀਏਸ਼ਨ ਦੇਖੋ ਜਦ ਮੈਂ ਸਾਇੰਟਿਸਟ ਹਾਂ ਸਾਇੰਟਿਸਟ ਜਦੋਂ ਕਹਿੰਦੇ ਨੇ ਤੁਸੀਂ ਇੱਕ ਖੇਤ ਆ ਨਾ ਸਾਰਾ ਖੇਤ ਦੇ ਵਿੱਚੋਂ ਅਸੀਂ ਬਰੀਡ ਕਰਨਾ ਚਾਹੁੰਦੇ ਆ ਵੀ ਡਿਜ਼ੀਜ਼ ਰੈਜ਼ਿਸਟੈਂਟ ਪਲਾਂਟ ਜੀ ਅਸੀਂ ਸਾਰਾ ਖੇਤ ਲਾ ਦਿਓ ਉਹਨੂੰ ਬਿਮਾਰੀ ਅਸੀਂ ਐਕਸਟਰਾ ਲਿਆ ਕੇ ਲਾਉਨੇ ਆ ਜਿਹਦੇ ਵਿੱਚੋਂ 2-4 ਪਲਾਂਟ ਜਿਹੜੇ ਵੱਜ ਜਾਂਦੇ ਆ ਨਾ ਉਹ ਰਜਿਸਟਰ ਹੁੰਦੇ ਆ ਉਹਨਾਂ ਤੋਂ ਅੱਗੇ ਪ੍ਰੋਜਨੀ ਚਲਾ ਦਿੰਦੇ ਆ ਅੱਛਾ ਜੇ ਉਹ ਵੇਰੀਏਸ਼ਨ ਨਾ ਹੋਵੇ ਹਾਂਜੀ ਹਾਂਜੀ ਤੇ ਫਿਰ ਉਹ ਬਚਣਾ ਨਿਰਬਲ ਖਤਮ ਤੇ ਜੋਰਾਵਰ ਮੇਰੀ ਇੱਕ ਇਸ ਥਿਊਰੀ ਦੇ ਨਾਲ ਮੇਰੀ ਇੱਕ ਕਵਿਤਾ ਦੇ ਬੋਲ ਸੀਗੇ ਕੁਦਰਤ ਦੀ ਚੋਣ ਵਿੱਚ ਨਿਰਬਲ ਖਤਮ ਹਮੇਸ਼ਾ ਜੋਰਾਵਰ ਚੁਣ ਹੁੰਦੇ ਨੇ ਜ਼ੋਰ ਸ਼ਕਤੀ ਨਹੀਂ ਹੁੰਦੀ ਸ਼ਕਤੀ ਹਮੇਸ਼ਾ ਗੁਣ ਹੁੰਦੇ ਨੇ ਬਿਲਕੁਲ ਰਾਈਟ ਹੈ ਤੁਹਾਡੀ ਗੱਲ ਸ਼ਕਤੀ ਹਮੇਸ਼ਾ ਗੁਣ ਹੁੰਦੇ ਆ ਅੱਛਾ ਗੁਣ ਜਿਹੜੇ ਆ ਪਿਤਾ ਪੁਰਖ ਵੀ ਜਾਂਦੇ ਆ ਜੀ ਹਾਂ ਇਹ ਸਿਰਫ ਤੁਹਾਡੇ ਉੱਥੇ ਨਹੀਂ ਰਹਿੰਦੇ ਜਿਹੜਾ ਐਵੋਲੂਸ਼ਨ ਦੇ ਵਿੱਚ ਤਗੜਾ ਕਿਹੜਾ ਮੈਂ ਹੁਣ ਇਹ ਵੀ ਦੱਸਦਾ ਤੁਹਾਨੂੰ ਦੇਖੋ ਇੱਕ ਪਹਿਲਵਾਨ ਆ ਉਹ ਸਾਰਿਆਂ ਨੂੰ ਮਾਰ ਸਕਦਾ ਹੈ ਉਹ ਬਹੁਤ ਤਗੜਾ ਸਾਨੂੰ ਲੱਗਦਾ ਹੈ ਜੀ ਪਰ ਨੇਚਰ ਦੇ ਹਿਸਾਬ ਨਾਲ ਉਹ ਤਗੜਾ ਨਹੀਂ ਹੈਗਾ ਜੀ ਤਗੜਾ ਉਹ ਆ ਜਿਹੜਾ ਪ੍ਰੋਜਨੀ ਛੱਡ ਕੇ ਜਾਂਦਾ ਹੈ ਜਿਹੜਾ ਆਪਣਾ ਜੀਨ ਛੱਡ ਕੇ ਜਾਂਦਾ ਜਿੱਦਾਂ ਦੇ ਉਹਦੇ ਗੁਣ ਤੁਸੀਂ ਗੁਣ ਦੀ ਗੱਲ ਕੀਤੀ ਜਿਹੜੇ ਉਹਦੇ ਗੁਣ ਨੇ ਉਹ ਗੁਣਾਂ ਨੂੰ ਅਗਲਿਆਂ ਬੱਚਿਆਂ ਵਿੱਚ ਛੱਡ ਜਾਵੇ ਜਿਹੜਾ ਜ਼ਿਆਦਾ ਬੱਚੇ ਪ੍ਰੋਡਿਊਸ ਕਰ ਦੇਵੇ ਨਾ ਉਹ ਫਿੱਟ ਆ ਇਹਨੂੰ ਕਹਿੰਦੇ ਫਿਟੈਸਟ ਹਾਂ ਸਟਰਗਲ ਫਾਰ ਐਗਜ਼ਿਸਟੈਂਸ ਸਰਵਾਈਵਲ ਆਫ ਦੀ ਫਿਟੈਸਟ ਇਹ ਫਿੱਟ ਉਹ ਆ ਇਹ ਥਿਊਰੀ ਬੜੀ ਕਮਾਲ ਦੀ ਤੇ ਆਪਾਂ ਵੱਖਰੀ ਗੱਲ ਕਰਾਂਗੇ ਕਦੇ ਜਿਹਦੇ ਅੱਜ ਸਿੱਖ ਕੌਮ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਜਿਹਦੀ ਕਿ ਪ੍ਰੋਜਨੀ ਜ਼ਿਆਦਾ ਤੋਂ ਜ਼ਿਆਦਾ ਹੋਵੇ ਉਹ ਫਿੱਟ ਆ ਕਿਉਂਕਿ ਉਹਨੇ ਆਪਣੇ ਜੀਨ ਸਾਰੇ ਇੱਥੇ ਛੱਡ ਦਿੱਤੇ ਹੁਣ ਚੰਗੇਜ਼ ਖਾਨ ਦੀ ਗੱਲ ਕਰੋ ਚੰਗੇਜ਼ ਖਾਨ ਨੇ ਮਿਲੀਅਨ ਲੋਕਾਂ ਦੇ ਵਿੱਚ ਜੀਨ ਛੱਡ ਦਿੱਤੇ ਆਪਣੇ ਉਹ ਸਭ ਤੋਂ ਫਿੱਟ ਆਦਮੀ ਸੀਗਾ ਤੇ ਫਿਟਨੈਸ ਜਿਹੜੀ ਸਾਇੰਸ ਨੇ ਇਹ ਲਈ ਆ ਹੁਣ ਆਪਾਂ ਗੱਲ ਕਰੀਏ ਆਦਮੀ ਦੀ ਜੀ ਹੁਣ ਇਹ ਸਾਰਾ ਕੁਝ ਜਿਹੜਾ ਖੇਲ ਬਣਾਇਆ ਨਾ ਪ੍ਰਮਾਤਮਾ ਨੇ ਇੰਨੇ ਬਿਲੀਅਨ ਸਾਲ ਤੋਂ ਜੋ ਸਾਇੰਸ ਕਹਿੰਦੀ ਚੱਲਾ ਆ ਰਿਹਾ ਤੇ ਇਸ ਦੇ ਵਿੱਚ ਮਨੁੱਖ ਨੂੰ ਸਭ ਤੋਂ ਉੱਤੇ ਰੱਖਿਆ ਇਹ ਪ੍ਰੋਸੈਸ ਸਟਾਰਟ ਕਰਕੇ ਪ੍ਰੋਸੈਸ ਦੇ ਵਿੱਚ ਪ੍ਰਮਾਤਮਾ ਨੇ ਇਹ ਖੇਲ ਬਣਾ ਕੇ ਇਹ ਕੀਤਾ ਸੰਤ ਹੇਤ ਤ੍ਰਿਭਵਨ ਸਾਜੇ ਇੱਕ ਉਹਦਾ ਆਈਡੀਆ ਪ੍ਰਮਾਤਮਾ ਦਾ ਇਹ ਸੀ ਕਿ ਮੈਂ ਹੌਲੀ ਹੌਲੀ ਮਨੁੱਖ ਬਣਾ ਦੇਣਾ ਮਨੁੱਖ ਦੇ ਵਿੱਚ ਮੈਂ ਇੰਨੀਆਂ ਚੀਜ਼ਾਂ ਪਾ ਦੇਣੀਆਂ ਕਿ ਮਨੁੱਖ ਏਬਲ ਹੋ ਜਾਏ ਕਿ ਮੇਰੇ ਕੋਲ ਵਾਪਸ ਆ ਜਾਏ ਇਹ ਜਰਨੀ ਆ ਮਤਲਬ ਇਹ ਜਰਨੀ ਆ ਸੰਤ ਹੇਤ ਤ੍ਰਿਭਵਨ ਸਾਜੇ ਹਨਾ ਇਹ ਸੰਤ ਬਣਾਉਣ ਲਈ ਤਦੇ ਧਰਤੀ ਨੂੰ ਧਰਮਸ਼ਾਲ ਕਿਹਾ ਹਾਂ ਧਰਮਸ਼ਾਲ ਤਾਂ ਇਹ ਕਿ ਸੰਤ ਹੇਤ ਤ੍ਰਿਭਵਨ ਸਾਜੇ ਸੰਤ ਬਣਾਉਣ ਵਾਸਤੇ ਇਹ ਤ੍ਰਿਭਵਨ ਸਾਰੇ ਸਾਜੇ ਆ ਧਰਤੀ ਸਾਜੀ ਗਈ ਆ ਪਹਿਲਾਂ ਛੋਟੇ ਜੀਵ ਵੱਡੇ ਜੀਵ ਨਿਰਜੀਵ ਇਹ ਤੋਂ ਇੱਕ ਸ੍ਰਿਸ਼ਟੀ ਚੱਲ ਕੇ ਤੇ ਮਨੁੱਖ ਬਣ ਗਿਆ ਮਨੁੱਖ ਦੇ ਵਿੱਚ ਫਿਰ ਪ੍ਰਮਾਤਮਾ ਨੇ ਸੰਤ ਬਣਨ ਦੇ ਗੁਣ ਪੈਦਾ ਕੀਤੇ ਗੁਣ ਕਿੱਦਾਂ ਵੀ ਤੇ ਗੁਰੂ ਨਾਨਕ ਸਾਹਿਬ ਨੂੰ ਭੇਜ ਦਿੱਤਾ ਗੁਰੂ ਨਾਨਕ ਸਾਹਿਬ ਨੇ ਸ਼ਬਦ ਦੇ ਦਿੱਤਾ ਗੁਰ ਮੈਂ ਆਪ ਸਮੋਏ ਸ਼ਬਦ ਵਰਤਾਇਆ ਮਾਨਸ ਤੇ ਦੇਵਤੇ ਕੀ ਵਾਲੀ ਹਨਾ ਗੁਰੂ ਨਾਨਕ ਦੇ ਹਿਰਦੇ ਵਿੱਚ ਪ੍ਰਮਾਤਮਾ ਨੇ ਬਹਿ ਕੇ ਸ਼ਬਦ ਵਰਤਾ ਕੇ ਕਹਿੰਦਾ ਆਹ ਲਓ ਸ਼ਬਦ ਇਹ ਸ਼ਬਦ ਦੇ ਨਾਲ ਤੁਸੀਂ ਵਾਪਸ ਮੇਰੇ ਕੋਲ ਆ ਸਕਦੇ ਆ ਹੁਣ ਪ੍ਰਮਾਤਮਾ ਵੇਖ ਰਿਹਾ ਉੱਥੇ ਬੈਠਾ ਮੈਂ ਸ਼ਬਦ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਦੇ ਦਿੱਤਾ ਹੁਣ ਦੇਖਦੇ ਆ ਕਿਹੜਾ ਮਾਈ ਦਾ ਲਾਲ ਮੇਰੇ ਕੋਲ ਆਉਂਦਾ ਵਾਪਸ ਉਹ ਬਾਹਾਂ ਅੱਡ ਕੇ ਬੈਠਾ ਇਹ ਮਨੁੱਖ ਦੇ ਵਿਕਾਸ ਇਹ ਮਨੁੱਖ ਦਾ ਇੱਕ ਪ੍ਰਯੋਜਨ ਆ ਮਨੁੱਖ ਨੂੰ ਕਿਉਂ ਬਣਾਇਆ ਗਿਆ ਪ੍ਰਮਾਤਮਾ ਤੋਂ ਪੈਦਾ ਹੋ ਕੇ ਪ੍ਰਮਾਤਮਾ ਦੇ ਵਿੱਚ ਸਮੋਣ ਲਿਆ ਪ੍ਰਮਾਤਮਾ ਰੂਪ ਹੋਣਾ ਆ ਇਹ ਇੱਕ ਸਾਰੀ ਸ੍ਰਿਸ਼ਟੀ ਦਾ ਮੈਂ ਕਹੂੰਗਾ ਇਹ ਪ੍ਰਯੋਜਨ ਪ੍ਰਮਾਤਮਾ ਦਾ ਹੈ ਕਿ ਮੈਂ ਮਨੁੱਖ ਤੱਕ ਵਿਕਾਸ ਕਰਕੇ ਮਨੁੱਖ ਨੂੰ ਆਪਣੇ ਤੱਕ ਲਿਆਉਣਾ ਆ ਮਨੁੱਖ ਦੇ ਰਾਹ ਵਿੱਚ ਮੈਂ ਬਹੁਤ ਹਰਡਲ ਪਾਉਣੀਆਂ ਚਿੰਤਾਵਾਂ ਰੋਗ ਦੁੱਖ ਸਭ ਪਾਉਣੇ ਆ ਮੈਂ ਸ਼ਬਦ ਵੀ ਦੇ ਦਿੱਤਾ ਗੁਰੂ ਨਾਨਕ ਸਾਹਿਬ ਵੀ ਭੇਜ ਦਿੱਤੇ ਸ਼ਬਦ ਦੀ ਜਾਂਚ ਵੀ ਦੱਸਦੀ ਹੁਣ ਮੈਂ ਦੇਖ ਰਿਹਾ ਵੀ ਕਿਹੜਾ ਮੇਰੇ ਕੋਲ ਆਉਂਦਾ ਪਿਆਰ ਦੇ ਨਾਲ ਤੇ ਜਿਹੜਾ ਆਉਂਦਾ ਮੈਂ ਉਹਨੂੰ ਬਾਹਾਂ ਖਿਲਾਰ ਕੇ ਉਹਨੂੰ ਵੈਲਕਮ ਕਰਨ ਲਈ ਬੈਠਾ ਇਹ ਸਾਡਾ ਸਾਈਕਲ ਦਾ ਸਾਰਾ ਪ੍ਰਯੋਜਨ ਹੈ ਬਹੁਤ ਥੋੜੇ ਸ਼ਬਦਾਂ 'ਚ ਤੁਸੀਂ ਸਿਖਰ ਦੀ ਗੱਲ ਆਖ ਦਿੱਤੀ ਕਿ ਪ੍ਰਮਾਤਮਾ ਤੋਂ ਪੈਦਾ ਹੋ ਕੇ ਮਨੁੱਖ ਨੇ ਬਾਅਦ 'ਚ ਫੇਰ ਪ੍ਰਮਾਤਮਾ ਹੀ ਬਣਨਾ ਇਹ ਖੇਡ ਹੈ ਪ੍ਰਮਾਤਮਾ ਦੀ ਮਨੁੱਖ ਦੀ ਇਹ ਵਿਕਾਸ ਦੀ ਯਾਤਰਾ ਹੀ ਇਹ ਆ ਔਰ ਤੁਸੀਂ ਆਰੰਭ ਦੇ ਵਿੱਚ ਜਦੋਂ ਗੱਲ ਕੀਤੀ ਵੀ ਇਹ ਪਵਨੇ ਤੇ ਜਲ ਸਾਜਿਆ ਹਨਾ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਸਾਜਿਆ ਤੇ ਇਹ ਜਿਹੜੇ ਪਵਨ ਵੀ ਜਲ ਵੀ ਤੇ ਬਾਅਦ ਚ ਧਰਤੀ ਵੀ ਤੇ ਅਗਨੀ ਵੀ ਤੇ ਆਕਾਸ਼ ਵੀ ਇਹ ਮਨੁੱਖ ਦੇ ਪੰਜ ਤੱਤ ਆ ਜੀ ਇਹ ਜਿਹੜੇ ਆਮ ਸਾਡੀ ਜਿਹੜੀ ਗੱਲ ਅਸੀਂ ਸੁਣੀ ਆ ਇਹ ਆਪਾਂ ਅਗਲੇ ਪੰਜ ਤੱਤਾਂ ਨਾਲ ਬਣੇ ਮਨੁੱਖ ਦੀ ਬਣਤਰ ਵਿੱਚ ਪੰਜੇ ਤੱਤ ਕਿਹੜੇ ਆ ਤੇ ਕਿਵੇਂ ਕਾਰਜ ਹਾਂ ਮੈਂ ਉਸ ਤੋਂ ਪਹਿਲਾਂ ਇਹ ਪੁਰਾਣੀ ਗੱਲ ਜਿਹੜੀ ਜਿਹੜਾ ਮੈਂ ਇੱਕ ਦੋ ਗੱਲਾਂ ਇਹਦੇ ਵਿੱਚ ਕਰਨਾ ਚਾਹੁੰਦਾ ਆ ਕਿ ਮਨੁੱਖ ਜਿਹੜਾ ਬਣਿਆ ਨਾ ਆਦਮੀ ਦੀ ਸ਼ੁਰੂਆਤ ਤਕਰੀਬਨ 4 ਬਿਲੀਅਨ ਸਾਲ ਪਹਿਲਾਂ ਹੋਈ ਆ ਤੇ ਜਿਹੜੀ ਹੋਮੋ ਹੈਬਿਲਿਸ ਪਹਿਲਾਂ ਇੱਕ ਸਪੀਸੀਜ਼ ਸੀ ਉਹ ਤਕਰੀਬਨ ਆਦਮੀ ਦੀ 1.5 ਮਿਲੀਅਨ ਸਾਲ ਪਹਿਲਾਂ ਬਣੀ ਆ ਤੇ ਹੋਮੋ ਜਦੋਂ ਖੜਾ ਹੋ ਕੇ ਚੱਲਣਾ ਫਿਰ ਸ਼ੁਰੂ ਕੀਤਾ ਉਹ ਤਕਰੀਬਨ 1.5 ਮਿਲੀਅਨ ਸਮਾਂ ਬਣਦਾ 1.5 ਮਿਲੀਅਨ ਬੈਕ ਉਦੋਂ ਉਹਨੇ ਖੜਾ ਹੋ ਕੇ ਰੈਕਟਸ ਬਣ ਗਿਆ ਪੰਜਾਬੀ ਦੇ ਭਾਈ 1.5 ਅਰਬ ਸਾਲ ਕਹਿੰਦੇ ਹਾਂ 1.5 ਅਰਬ ਸਾਲ ਹੋ ਗਿਆ 150 ਕਰੋੜ ਹਾਂਜੀ ਉਸ ਤੋਂ ਬਾਅਦ ਤਕਰੀਬਨ 5 ਲੱਖ ਤੋਂ 2 ਲੱਖ ਸਾਲਾਂ ਦੇ ਵਿੱਚ ਅੱਧਾ ਮਿਲੀਅਨ ਤੋਂ 2 ਲੱਖ 0.2 ਮਿਲੀਅਨ ਤੱਕ ਜਿਹੜਾ ਸੀ ਨਾ ਆਦਮੀ ਦੀ ਸਪੀਸੀ ਬਣੀ ਜਿਹਨੂੰ ਹੋਮੋ ਸੇਪੀਅਨਸ ਕਹਿੰਦੇ ਆ ਜੀ
ਅੱਛਾ, ਹੋਮੋਸੇਪੀਅਨ ਦੀ ਗਾਂ ਅੱਗੇ ਵੱਖਰੀਆਂ ਗਾਂ ਕਿਸਮਾਂ ਵੀ ਸੀਗੀਆਂ ਜੀ ਜਿਹੜੀ ਇੱਕ ਤੇ ਹੁਣ ਜਿਹੜੀ ਪ੍ਰੈਜ਼ੈਂਟ ਅਸੀਂ ਹੈਗੇ ਆ ਉਹ ਵੀ ਹੋਮੋਸੇਪੀਅਨ ਸੇਪੀਅਨ ਆ ਜੀ। ਇਹ ਸੇਪੀਅਨ ਦੀ ਫਰਦਰ ਕਿਸਮ ਆ। ਹਾਂਜੀ ਇੱਕ ਸੀ ਹੋਮੋਸੇਪੀਅਨ ਨੀਐਂਡਰਥਲ ਜੀ ਜਿਹੜੀ ਕਿ ਨੈਦਰਲੈਂਡ ਦੇ ਏਰੀਆ ਦੇ ਵਿੱਚ ਸਪੀਸੀ ਰਹਿੰਦੀ ਸੀ। ਤਕਰੀਬਨ 30,000 4,000 ਸਾਲ ਪਹਿਲਾਂ ਅਸੀਂ ਤੇ ਉਹ ਇਕੱਠੇ ਰਹਿੰਦੇ ਸੀ। ਜੀ ਇਹਨਾਂ ਵਿੱਚ ਸਾਡੇ ਜੀਨ ਵੀ ਐਕਸਚੇਂਜ ਹੋਏ ਨੇ। ਜੀ ਉਹ ਦਿਮਾਗੀ ਤੌਰ ਤੇ ਸਾਡੇ ਨੂੰ ਮਾੜੀ ਸੀ, ਉਹ ਪਿੱਛੇ ਰਹਿ ਗਈ, ਖਤਮ ਹੋ ਗਈ। ਹੁਣ ਇਸ ਵੇਲੇ ਇਨਸਾਨ ਦੀ ਇੱਕੋ ਸਪੀਸੀ ਆ ਜਿਹਦੀ ਉਮਰ ਤਕਰੀਬਨ 2 ਲੱਖ ਸਾਲ ਹੈ। 2 ਲੱਖ ਸਾਲ ਤੋਂ ਪਹਿਲਾਂ ਆਦਮੀ ਇਸ ਰੂਪ ਵਿੱਚ ਨਹੀਂ ਸੀ ਨਹੀਂ ਹੈਗਾ। ਸੀ। ਠੀਕ। ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ ਇੱਥੇ ਇਹ ਆ ਕਿ ਦੇਖੋ ਜਿਹੜੇ ਆਪਾਂ ਯੁੱਗਾਂ ਦਾ ਹਿਸਾਬ ਲਾਈਏ, ਸਤਯੁਗ, ਕਲਯੁਗ, ਤ੍ਰੇਪਾਤਰ, ਦੁਆਪਰ, ਜੇ ਆਪਾਂ ਚਾਰੇ ਲਈਏ ਨੇ, ਇਹਨਾਂ ਦੀ ਟੋਟਲ ਉਮਰ ਤਕਰੀਬਨ 43 ਲੱਖ ਸਾਲ ਬਣਦੀ 4 ਯੁੱਗਾਂ ਦੀ। ਹਾਂਜੀ। ਜੇ ਆਪਾਂ ਕਲਯੁਗ ਦੀ ਲੈ ਲਈਏ, ਹਾਂਜੀ, ਕਲਯੁਗ ਦੀ ਉਮਰ 4,32,000 ਆ। ਇਹ ਤੇ ਚੱਲ ਵੀ ਰਿਹਾ ਹਲੇ ਨਾ। ਅਜੇ ਚੱਲ ਰਿਹਾ 4,32,000 ਆ। ਹਾਂਜੀ। ਹੁਣ ਮਨੁੱਖ ਪੈਦਾ ਹੀ ਇਹਦੇ ਵਿੱਚ ਹੋਇਆ ਜੀ 2 ਲੱਖ ਸਾਲ ਪੁਰਾਣਾ। ਕਲਯੁਗ ਦੇ ਨਾਲੋਂ ਵੀ ਮਨੁੱਖ ਦੀ ਐਵੋਲੂਸ਼ਨਰੀ ਉਮਰ ਜਿਹੜੀ ਆ 2 ਲੱਖ ਸਾਲ ਅੱਧੀ ਆ। ਅੱਧੀ ਹੈ। ਠੀਕ ਹੈ। ਹੁਣ ਮੈਂ ਇਹ ਇੱਕ ਬੇਨਤੀ ਕਰਨਾ ਚਾਹੁੰਦਾ, ਜਿਹੜਾ ਗੁਰੂ ਸਾਹਿਬ ਨੇ ਵੀ ਐਕਸਪਲੇਨ ਕੀਤੇ ਚਾਰੇ ਯੁੱਗ, ਇਹ ਚਾਰੇ ਯੁੱਗ ਐਕਚੁਅਲੀ ਟਾਈਮ ਦੇ ਵਿੱਚ ਫਿੱਟ ਨਹੀਂ ਹੁੰਦੇ। ਜੀ ਇਹ ਟਾਈਮ ਨਹੀਂ ਹੈਗਾ, ਹਾਂਜੀ। ਇਹ ਮੈਂਟਲ ਸਟੇਟ ਆ। ਸਤਿਗੁਰੂ ਗੁਰੂ ਸਾਹਿਬ ਨੇ ਕਿਹਾ ਸੇਈ ਚੰਦ ਚੜੇ ਸੇ ਤਾਰੇ, ਹਨਾ। ਗੁਰੂ ਸਾਹਿਬ ਕਹਿੰਦੇ ਉਹੀ ਚੰਦ ਆ, ਉਹੀ ਸਾਰਜ ਆ। ਕਿੱਥੇ ਆ ਦਿਖਾ ਮੈਨੂੰ ਕਲਯੁਗ ਕਿੱਥੇ ਆ? ਪੰਡਿਤ ਨੂੰ ਕਹਿੰਦੇ ਆ, ਕਹਿੰਦੇ ਕਲਯੁਗ ਤੇਰੇ ਅੰਦਰ ਬੈਠਾ। ਜਦੋਂ ਤੂੰ ਚੰਗਾ ਕੰਮ ਕਰਦਾ ਤੇ ਸਤਯੁਗ ਵਰਤਦਾ, ਮਾੜਾ ਤੇਰਾ ਧਿਆਨ ਹੁੰਦਾ ਤੇ ਕਲਯੁਗ ਵਰਤਦਾ। ਇਹ ਮੈਂਟਲ ਸਟੇਟ ਆ, ਇਹ ਫਿਜ਼ੀਕਲ ਸਟੇਟ ਹੈ ਨਹੀਂ ਗੀ, ਨਾ ਟਾਈਮ ਦੀ ਸਟੇਟ ਆ। ਸੋ ਇਸ ਕਰਕੇ ਇਸ ਵੇਲੇ ਜਿਹੜੀ ਹੋਮੋਸੇਪੀਅਨ ਸੇਪੀਅਨ ਜਿਹੜੀ ਸਾਡੀ ਕਿਸਮ ਆ ਇਨਸਾਨ ਦੀ, ਸਿਰਫ ਇੱਕੋ ਰਹਿ ਗਈ ਆ, ਬਾਕੀ ਸਾਰੀਆਂ ਖਤਮ ਹੋ ਗਈਆਂ, ਕਿਉਂਕਿ ਇਹ ਸਭ ਤੋਂ ਸਕਸੈਸਫੁਲ, ਸਭ ਤੋਂ ਫਿਟੈਸਟ ਸੀਗੀ ਜੀ। ਇਹਦੇ ਵਿੱਚ ਫਰਦਰ ਵੇਰੀਏਸ਼ਨ ਆ। ਜੀ ਹਾਂ। ਵੇਰੀਏਸ਼ਨ ਇੱਕ ਅਸੂਲ ਹੈ ਪਰਮਾਤਮਾ ਦਾ। ਇਹਦੇ ਵਿੱਚ ਕਾਲੇ ਆ, ਭੂਰੇ ਆ, ਚਿੱਟੇ ਆ, ਗੋਰੇ ਆ, ਸਾਰੇ ਹੈਗੇ ਆ ਨਾ। ਜੀ। ਰੇਸਸ ਹੈਗੀਆਂ ਪਰ ਇੱਕੋ ਹੀ ਆ ਨਸਲ। ਪਰ ਮਾਨਸਿਕੀ ਜਾਤ ਸਭ ਏਕੇ ਪਛਾਣ ਜਿਹੜੀ ਸਤਿਗੁਰੂ ਨੇ ਗੱਲ ਪਰ ਇਹਦੇ ਵਿੱਚ ਫਰਕੇ ਜਿਹੜੇ ਨੇ ਉਹ ਰੀਜਨਲ ਆ। ਕੋਈ ਕਿਸੇ ਦਾ ਰੰਗ ਕਿਦਾਂ ਦਾ ਆ, ਕੋਈ ਇਹ ਸਪੀਸੀਜ਼ ਨਹੀਂ ਹੈਗੀਆਂ, ਇਹ ਰੇਸਸ ਇਹਨਾਂ ਨੂੰ ਆਪਾਂ ਕਹਿੰਦੇ ਆ। ਇਹਨਾਂ ਵਿੱਚ ਥੋੜਾ ਥੋੜਾ ਫਰਕ ਹੈ। ਪਰ ਦੇਖੋ ਜਦੋਂ ਸਪੀਸੀ ਅਲੱਗ ਹੁੰਦੀ ਹੈ ਨਾ, ਆਮ ਕਰਕੇ ਉਹਨਾਂ ਦੇ ਵਿੱਚ ਸੈਕਸ਼ੂਅਲ ਇੰਟਰੈਕਸ਼ਨ ਨਹੀਂ ਹੋ ਸਕਦਾ। ਜਦੋਂ ਸਪੀਸੀਜ਼ ਵੱਖਰੀਆਂ ਹੋ ਜਾਣ ਨਾ, ਉਹਨਾਂ ਦੀ ਰੀਪਰੋਡਕਸ਼ਨ ਖਤਮ ਹੋ ਜਾਂਦੀ, ਰੀਪਰੋਡਕਸ਼ਨ ਅੱਡ ਹੋ ਜਾਂਦੀ ਆ। ਜੀ। ਹਿਊਮਨ ਬੀਇੰਗ ਵਿੱਚ ਜਿੰਨੀਆਂ ਰੇਸਸ ਆ, ਇਹਨਾਂ ਦੀ ਇਹ ਰੀਪਰੋਡਕਸ਼ਨ ਹੁੰਦੀ ਆ ਆਪਸ ਵਿੱਚ। ਜੀ। ਇਸ ਕਰਕੇ ਇੱਕੋ ਹੀ ਸਪੀਸੀ ਆ ਤੇ ਇਹੋ ਹੀ ਸਪੀਸੀ ਜਿਹੜੀ ਰਹਿ ਗਈ ਆ, ਉਹਦੇ ਵਿੱਚ ਵੇਰੀਏਸ਼ਨ ਰਹਿ ਗਿਆ। ਹੁਣ ਮੈਂ ਦੂਜੀ ਜਿਹੜੀ ਗੱਲ ਕਰਦਾ, ਇੱਕ ਗੱਲ ਜਿਹੜੀ ਕਮਾਲ ਦੀ ਤੁਸੀਂ ਕਹਿ ਗਏ ਨਾ, ਇੱਕ ਜਿਹੜੀ ਮੈਨੂੰ ਕਲਿੱਕ ਕੀਤੀ ਇੱਕਦਮ, ਕਿ ਉਹ ਸਤਿਗੁਰ ਨੇ ਦੇਖੋ ਕਿੰਨਾ ਚਿਰ ਪਹਿਲਾਂ ਗੁਰੂ ਗੋਬਿੰਦ ਸਿੰਘ ਨੇ ਕਹਿਤਾ ਮਾਨਸਿਕੀ ਜਾਤ ਸਭ ਏਕੇ ਪਹਿਚਾਨ ਪੋ। ਇਹ ਤਾਂ ਮਤਲਬ ਵਿਗਿਆਨ ਵੀ ਜਿਹੜੀ ਸਿਖਰ ਦੀ ਵਿਗਿਆਨ ਹੈ, ਜਿਹੜੀ ਸਤ ਕਹਿੰਦੀ ਇੱਕੋ ਹੀ ਰੇਸ ਹੈਗੀ ਆ, ਇੱਕੋ ਹੀ ਸਪੀਸੀ ਆ, ਇੱਕੋ ਹੀ ਜਾਤ ਆ। ਮਾਨਸਿਕੀ ਜਾਤ ਸਾਡੀ ਇੱਕੋ ਹੀ ਆ, ਉਹਦੀਆਂ ਨਸਲਾਂ ਵੱਖਰੀਆਂ ਉਹਦੇ ਅੰਦਰ ਥੋੜੀ ਵੇਰੀਏਸ਼ਨ ਤਾਂ ਰਹਿਣੀ। ਵੇਰੀਏਸ਼ਨ ਬਣ ਤੁਸੀਂ ਐਡਜਸਟ ਨਹੀਂ ਕਰ ਸਕਦੇ ਨਾ। ਤੁਸੀਂ ਐਵੋਲੂਸ਼ਨਰੀ ਜੇ ਵੇਰੀਏਸ਼ਨ ਨਾ ਰਹੇ ਨਾ, ਤੁਸੀਂ ਤੁਹਾਡੀ ਐਵੋਲੂਸ਼ਨ ਨਹੀਂ ਹੋ ਸਕਦੀ, ਡੈਡ ਐਂਡ ਹੋ ਜਾਂਦਾ। ਵੇਰੀਏਸ਼ਨ ਬਹੁਤ ਜ਼ਰੂਰੀ ਹੈ ਐਗਜ਼ਿਸਟੈਂਸ ਵਿੱਚ। ਫਿਰ ਦੂਜੀ ਜਿਹੜੀ ਗੱਲ ਇੱਕ ਇਹ ਵੀ ਆ, ਪਰਮਾਤਮਾ ਜਿਹੜਾ ਖੇਡ ਰਚਾਇਆ, ਨਜਿੰਦ ਚੀਜ਼ਾਂ ਦੇ ਵਿੱਚੋਂ ਜਿੰਦ ਪਾਈ, ਜਿੰਦ ਦੇ ਵਿੱਚੋਂ ਉਹਨੇ ਮਨੁੱਖ ਨੂੰ ਸਭ ਤੋਂ ਵੱਡਾ ਸ੍ਰਿਸ਼ਟੀ ਦਾ ਵੱਡਾ ਕਰ ਦਿੱਤਾ, ਔਰ ਸਾਰੀਆਂ ਜੂਨਾਂ ਦੇ ਵਿੱਚੋਂ ਲੰਘ ਕੇ ਮਨੁੱਖ ਆਇਆ। ਇਹ ਨਹੀਂ ਕਿ ਮਨੁੱਖ ਇਦਾਂ ਪੈਦਾ ਹੋ ਗਿਆ ਤੇ ਇਦਾਂ ਹੀ ਹੋ ਗਿਆ। ਪਹਿਲਾਂ ਏਪਸ ਦੇ ਵਿੱਚੋਂ ਜੇ ਆਪਾਂ ਗੱਲੀਏ, ਏਪਸ ਕਿਸੇ ਚੀਜ਼ ਤੋਂ ਬਣੇ, ਫਿਰ ਹੌਲੀ ਹੌਲੀ ਉਹਨਾਂ 'ਚ ਫਰਕਾ ਪਿਆ, ਉਹਨਾਂ ਵਿੱਚੋਂ ਇੱਕ ਚੀਜ਼ ਚੰਗੀ ਬਣ ਗਈ, ਉਹ ਬਚ ਗਈ, ਉਹ ਵੱਖਰੀ ਹੋ ਗਈ। ਇਦਾਂ ਹੀ ਮਨੁੱਖ ਦੂਜੀਆਂ ਸਪੀਸੀਜ਼ ਦੇ ਨਾਲ ਪੈਰਲਲ ਰਹਿੰਦਾ ਰਿਹਾ। ਫਿਰ ਉਹਨਾਂ ਦਾ ਇੰਟਰਬਰੀਡਿੰਗ ਹੁੰਦੀ ਰਹੀ ਆ, ਫਿਰ ਉਹਦੇ ਵਿੱਚ ਵੇਰੀਏਸ਼ਨ ਆਈ। ਵੇਰੀਏਸ਼ਨ ਇੱਕ ਜਾਣੇ 'ਚ ਨਹੀਂ ਆਉਂਦੀ, ਵੇਰੀਏਸ਼ਨ ਬਹੁਤ ਕਈਆਂ 'ਚ ਆਉਂਦੀ ਹੈ, ਇੱਕ ਪਾਪੂਲੇਸ਼ਨ ਦੇ ਤੌਰ ਤੇ ਆਉਂਦੀ ਆ, ਔਰ ਉਹਦੇ ਵਿੱਚੋਂ ਸਿਲੈਕਸ਼ਨ ਹੁੰਦੀ ਆ। ਸਿਲੈਕਸ਼ਨ ਵਿੱਚ ਜਿਹੜੀ ਫਿੱਟ ਜਿਹੜੀ ਉਹ ਰਹਿ ਜਾਂਦੀ ਹੈ। ਹੁਣ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਵੀ ਤੇਰੀ ਜਰਨੀ ਜਿਹੜੀ ਆ ਵੱਖ-ਵੱਖ ਜੂਨਾਂ ਤੋਂ ਹੋ ਕੇ ਆਈ ਆ। ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਦੱਸਦੇ ਇਹ ਗੱਲ, ਹੋਰ ਕਿਤੇ ਨਹੀਂ ਮਿਲਦਾ। ਜਾਂ ਸਾਇੰਸ ਦੱਸਦੀ ਆ ਵੀ ਤੁਹਾਡੀ ਕਿੱਥੋਂ ਆਈ ਹੈ, ਇੱਕ ਸੈੱਲ ਤੋਂ ਸ਼ੁਰੂ ਹੋ ਕੇ ਤੁਸੀਂ ਮਲਟੀਪਲ DNA ਜਿਹੜਾ ਆ ਨਾ, ਸਾਡਾ ਔਰ ਪੌਦਿਆਂ ਦਾ DNA ਤਕਰੀਬਨ ਸਿਮਿਲਰ ਆ। ਸਾਡੇ ਵਿੱਚ ਜੇ ਇੱਕ ਆਂਟ ਲੈ ਲਓ ਨਾ, ਆਂਟ ਦਾ DNA ਤੇ ਸਾਡਾ DNA 90% ਸੇਮ ਆ। ਸਾਡਾ ਫਰਕ ਜਿਹੜਾ ਉਹ ਹੈਗਾ ਮਨੁੱਖ, ਅਸੀਂ ਕਿਉਂ ਆ, ਸਾਡੇ ਗੁਣ ਵੱਖਰੇ ਪਾਏ ਗਏ, ਸਾਡੀ ਸਪੀਸੀ ਵੱਖਰੀ ਪੈ ਗਈ। ਇਹਨੂੰ ਇਹ ਵੀ ਇੱਕ ਸਾਡੀ ਮਨ ਆ, ਇਹਨੂੰ ਸਮੂਹਕ ਮਨ ਕਹਿੰਦੇ, ਕਲੈਕਟਿਵ ਮਾਈਂਡ ਕਹਿੰਦੇ ਆ। ਸਾਡਾ ਮਨੁੱਖੀ ਮਨ ਸੈਪਰੇਟ ਹੋ ਗਿਆ, ਉਹਦੇ ਨਾਲ ਨਹੀਂ ਸੈਪਰੇਟ। ਗੁਰੂ ਸਾਹਿਬ ਨੇ ਸਾਨੂੰ ਸਮਝਾਇਆ, ਕਈ ਜਨਮ ਭੈ ਕੀਟ ਪਤੰਗਾ, ਕੀੜਿਆਂ ਤੋਂ ਆਏ, ਪਤੰਗਿਆਂ ਤੋਂ ਆਏ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਹਾਥੀ ਬਣੇ ਰਹੇ, ਮੀਨ ਬ੍ਰਹਮ ਰਹੇ, ਕਰੰਗ ਬਣੇ ਰਹੇ, ਤੇ ਫਿਰ ਕਈ ਜਨਮ ਹੈਵਰ ਬ੍ਰਿਖ ਜੋਇਓ, ਹੈਵਰ ਦਰਖਤ ਬਣੇ, ਹਾਥੀ ਬਣੇ, ਘੋੜੇ ਬਣੇ, ਹੈਵਰ ਘੋੜੇ ਹੁੰਦੇ ਆ। ਮਿਲ ਜਗਦੀਸ਼ ਮਿਲਨ ਕੀ ਬਰੀਆ। ਹੁਣ ਆ ਜਿਹੜੀ ਆ ਮਿਲਣ ਦੀ ਬੜੇ, ਜਿਹੜੀ ਮੈਂ ਕਹਿੰਦਾ ਸੰਤ ਹੇਤਰ ਭਵਨ ਸਾਜੇ, ਕਹਿੰਦੇ ਤੂੰ ਲੰਘ ਕੇ ਆ ਗਿਆ,
ਹੁਣ ਤੇਰਾ ਸਮਾਂ ਕਿ ਤੂੰ ਪਰਮਾਤਮਾ ਦੇ ਨਾਲ ਥੋੜੀ ਜੀ ਸਾਂਝ ਪਾ ਲਾ। ਤੇ ਗੁਰੂ ਸਾਹਿਬ ਨੇ ਹੋਰ ਵੀ ਕਈਆਂ ਸ਼ਬਦਾਂ ਵਿੱਚ ਇਹ ਵੀ ਦੱਸਿਆ ਕਿ ਇਸ ਕਰਕੇ ਟਰਾਂਸ ਮਾਈਗ੍ਰੇਸ਼ਨ ਜਿਹੜੀ ਆ ਨਾ ਉਹ ਹੋ ਸਕਦੀ ਹੈ। ਗੁਰੂ ਸਾਹਿਬ ਨੇ ਇੱਕ ਸ਼ਬਦ ਇਹ ਵੀ ਦੱਸਿਆ ਵੀ ਜੇ ਤੂੰ ਚੰਗੇ ਕੰਮ ਨਹੀਂ ਕਰੇਗਾ, ਜਿੰਨਾ ਜੂਨਾਂ ਵਿੱਚੋਂ ਤੂੰ ਨਿਕਲ ਕੇ ਆਇਆ ਤੂੰ ਉਹ ਜੂਨਾਂ ਦੇ ਵਿੱਚ ਵਾਪਸ ਦੁਬਾਰਾ ਜਾ ਸਕਦਾ। ਯਾਨੀ ਕਿ ਤੂੰ ਤਰੱਕੀ ਕੀਤੀ ਹੈ, ਜੇ ਬੈਕਵਰਡ ਜਾਣਾ ਉਹ ਗੁਰਬਾਣੀ ਚ ਮੈਂ ਦੱਸਦਾ, ਉਦਮ ਕਰੇ ਅਨੇਕ ਹਰ ਨਾਮ ਨਾ ਗਾਵਹੀ, ਹਾਂਜੀ, ਭਰਮੇ ਜੌਨ ਅਸੰਖ ਮਰ ਜਨਮੇ ਆਵਹੀ ਜੀ, ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨਾ ਆਵੇ, ਬੀਜ ਬੋਵਸ ਭੋਗ ਭੋਗੈ ਕੀਆ ਆਪਣਾ ਪਾਵੇ। ਹੁਣ ਦੇਖੋ ਪਸ਼ੂ ਪੰਖੀ ਸੈਲ ਪੱਥਰ ਹੋ ਗਿਆ, ਤਰਵਰ ਦਰਖਤ ਹੋ ਗਿਆ, ਗਣਤ ਕਛੂ ਨਾ ਆਵੇ, ਕਹਿੰਦੇ ਕੋਈ ਗਣਤ ਨਹੀਂ ਕਿੰਨੀਆਂ ਜੂਨਾਂ ਨੇ। ਤੂੰ ਨਿਰਜੀਵ ਵੀ ਬਣ ਸਕਦਾ, ਪੱਥਰ ਵੀ ਬਣ ਸਕਦਾ, ਪਸ਼ੂ ਵੀ ਬਣ ਸਕਦਾ, ਪੰਖੀ ਵੀ ਬਣ ਸਕਦਾ, ਕਿਸੇ ਤਰ੍ਹਾਂ ਦਾ ਵੀ ਬਣ ਸਕਦਾ, ਇਹਦੀ ਗਣਤ ਨਹੀਂ ਹੋ ਸਕਦੀ। ਤੇ ਇਹ ਆਉਣਾ, ਇਹ ਬੇਸ ਕਰਦਾ ਤੇਰੇ ਬੀਜਾਂ ਦੇ ਉੱਤੇ। ਬੀਜ ਬੋਵਸ ਭੋਗ ਭੋਗੈ ਕੀਆ ਆਪਣਾ ਪਾਵੇ। ਸੋ ਇਹ ਦੇਖੋ ਬੈਕਵਰਡ ਤੇ ਫਾਰਵਰਡ ਸਿਰਫ ਤੇ ਸਿਰਫ ਮੈਂ ਕਹੂੰਗਾ ਗੁਰਬਾਣੀ ਤੋਂ ਇਲਾਵਾ ਹੋਰ ਕਿਸੇ ਧਰਮ ਦੇ ਵਿੱਚ ਨਹੀਂ ਇਹ ਚੀਜ਼। ਈਵਨ ਜੇ ਆਪਾਂ ਸਾਇੰਸ ਦੀ ਗੱਲ ਕਰੀਏ, ਸਾਇੰਸ ਵੀ ਬਿਲੀਵ ਕਰਦੀ ਹੈ ਰੀਇਨਕਾਰਨੇਸ਼ਨ, ਇਹਨੇ ਬ੍ਰੌਡਰ ਸੈਂਸ, ਜਿੱਦਾਂ ਆਪਾਂ ਮਰ ਜਾਂਦੇ ਹਾਂ, ਸਾਡੇ ਜਿੰਨੇ ਤੱਤ ਨੇ, ਤੱਤ ਦੇ ਵਿੱਚ ਤੱਤ ਮਿਲਦੇ ਆ, ਅਗਨੀ ਚ ਅਗਨੀ ਮਿਲ ਜਾਂਦੀ ਆ। ਸਾਡੇ ਹੁਣ 108 ਤੋਂ ਜ਼ਿਆਦਾ ਸਾਡੇ ਵਿੱਚ ਮਿਨਰਲਸ ਨੇ। ਸਾਡੀ ਬਾਡੀ ਦੀ ਕੰਸਟੀਟਿਊਸ਼ਨ ਉਹੋ ਜਿਹੀ ਆ ਜਿਹੋ ਜੀ ਸਟਾਰਸ ਦੀ ਆ, ਸੇਮ ਆ, ਕੋਈ ਫਰਕ ਨਹੀਂ ਹੈਗਾ। ਜਿਹੜੀ ਜਦੋਂ ਬਾਡੀ ਡਿਸੀਪੇਟ ਹੁੰਦੀ ਆ, ਇਹ ਸਾਰਾ ਕੁਝ ਮਿਨਰਲ ਜਿਹੜੇ ਸਾਰੇ ਇੱਕ ਦੂਜੇ ਵਿੱਚ ਉਸੇ ਤਰ੍ਹਾਂ ਮਿਲ ਜਾਂਦੇ, ਕੋਈ ਖਤਮ ਨਹੀਂ ਹੁੰਦਾ ਜੀ। ਆਤਮਾ ਵੀ ਨਹੀਂ ਖਤਮ ਹੁੰਦੀ, ਆਤਮਾ ਪਰਮਾਤਮਾ 'ਚ ਮਿਲ ਜਾਂਦੀ ਹੈ ਜਾਂ ਚੱਕਰ 'ਚ ਪਈ ਜਾਂਦੀ ਹੈ। ਇਸ ਕਰਕੇ ਇਹ ਸਾਇੰਟੀਫਿਕ ਹੈ ਸਾਰਾ, ਇਹ ਕੋਈ ਫਰਕ ਨਹੀਂ ਹੈਗਾ। ਇਹ ਅਸੂਲ ਆ ਜਿਹਨੂੰ ਰੀਸਾਈਕਲਿੰਗ ਕਹਿੰਦੇ ਆਪਾਂ। ਰੀਸਾਈਕਲਿੰਗ ਨੂੰ ਸਾਇੰਸ ਮੰਨਦੀ ਹੈ, ਰੀਸਾਈਕਲਿੰਗ ਹਿਊਮਨ ਬੀਇੰਗ ਦੀ ਵੀ ਉਸੇ ਤਰ੍ਹਾਂ ਆ। ਇਹਦੇ ਜੁਦਾ ਜੁਦਾ ਪਾਰਟ ਡਿਫਰੈਂਟ ਤਰੀਕੇ ਦੇ ਨਾਲ ਰੀਸਾਈਕਲ ਹੁੰਦੇ ਆ ਜੀ। ਸੋ ਆਪਾਂ ਇਹ ਗੱਲ ਕੀਤੀ ਕਿ ਸਾਇੰਸ ਨੇ ਵੀ ਯਾਤਰਾ ਨੂੰ ਇਸੇ ਤਰ੍ਹਾਂ ਹੀ ਲਿਆ ਤੇ ਗੁਰੂ ਸਾਹਿਬ ਨੇ ਵੀ ਯਾਤਰਾ ਨੂੰ ਇਸੇ ਤਰ੍ਹਾਂ ਲਿਆ। ਪਰ ਗੁਰੂ ਸਾਹਿਬ ਨਾਲ ਇੱਕ ਇਹ ਵੀ ਗੱਲ ਕਹਿ ਦਿੱਤੀ ਕਿ ਜਿਹੜੇ ਜਿਹੜੇ ਜੂਨਾਂ ਵਿੱਚ ਤੂੰ ਲੰਘ ਕੇ ਆ ਰਿਹਾ, ਉਸ ਜੂਨ ਦੇ ਤੂੰ ਕੁਛ ਨਾ ਕੁਛ ਰੈਮਨੈਂਟਸ ਜਿੱਥੋਂ ਆਉਣਾ ਹੈ, ਜਿੱਥੋਂ ਆਉਣਾ ਉਹਦੇ ਅਸਰਾਤ ਤੇਰੇ ਨਾਲ ਚੰਬੜੇ ਰਹਿਣੇ ਆ। ਕਿਆ ਬਾਤ ਹੈ। ਜੋ ਜੋ ਤੇਰੇ ਗੁਣ ਤੂੰ ਰਾਹ ਵਿੱਚ ਲਏ ਆ ਨਾ, ਉਹ ਗੁਣ ਤੇਰੇ ਨਾਲ ਉਹ ਚੰਬੜੇ ਨੇ, ਉਹ ਲੱਥੇ ਨਹੀਂ ਹੈਗੇ। ਪ੍ਰਗਟ ਕਿੰਨੇ ਹੁੰਦੇ ਆ ਉਹ ਤੇਰੇ ਤੇ ਡਿਪੈਂਡ ਕਰਦਾ, ਤੇਰੇ ਬੀਜਾਂ ਤੇ ਡਿਪੈਂਡ ਕਰਦੇ। ਸਾਡੇ ਵਿੱਚ ਪੁਰਾਣੀਆਂ ਜੂਨਾਂ ਦੇ ਰੈਮਨੈਂਟਸ, ਪੁਰਾਣੀਆਂ ਜੂਨਾਂ ਦੇ ਅੰਸ਼ ਅਸਰਾਤ ਜਿਹੜੇ ਉਹ ਸਾਡੇ ਨਾਲ ਚੰਬੜੇ ਆ। ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਆ, ਜਿਵੇਂ ਕਿ ਪਸ਼ੂ ਦੀਆਂ ਜਾਤੀਆਂ ਦੇ ਵਿੱਚੋਂ ਨਾ ਆਪਾਂ ਕਈ ਗੁਰੂ ਸਾਹਿਬ ਨੇ ਐਗਜ਼ਾਮਪਲਾਂ ਦਿੱਤੀਆਂ। ਹੁਣ ਦੇਖੋ ਕਈਆਂ ਪਸ਼ੂਆਂ ਦੇ ਵਿੱਚ, ਕਈ ਐਨੀਮਲਸ ਦੇ ਵਿੱਚ ਇੱਕ ਗੁਣ ਆ ਜਿਹੜਾ ਬੜਾ ਪ੍ਰਬਲ ਆ, ਉਹਦੇ ਨਾਲ ਉਹਨਾਂ ਨੂੰ ਘਾਤਕ ਹੁੰਦਾ ਹੈ। ਪਰ ਆਦਮੀ ਦੇ ਵਿੱਚ ਉਹ ਪੰਜੇ ਹੀ ਗੁਣ ਹੈਗੇ, ਪੰਜੇ ਗੁਣ ਆ। ਹੁਣ ਦੇਖੋ ਮੱਛੀ ਆ, ਮੱਛੀ ਨੂੰ ਜੀਭ ਦਾ ਸਵਾਦ ਆ, ਉਹ ਜੀਭ ਦੇ ਸਵਾਦ ਦੇ ਕਰਕੇ ਰਸ ਦੇ ਨਾਲ ਉਹ ਫੜੀ ਜਾਂਦੀ ਆ। ਪਤੰਗਾ ਨੂੰ ਲਾਟ ਦਾ ਰੂਪ ਦਾ ਆ ਉਹਨੂੰ, ਉਹ ਵੀ ਸਾਡੇ 'ਚ ਗੁਣ ਹੈਗਾ। ਭੌਰੇ ਵਿੱਚ ਸੁਗੰਧ ਦਾ ਆ, ਸੁਗੰਧ ਦਾ ਵੀ ਆ ਜਾਂਦਾ। ਹਾਥੀ ਵਿੱਚ ਸਪਰਸ਼ ਦਾ, ਸਪਰਸ਼ ਤੋਂ ਕਾਮ ਪੈਦਾ ਹੁੰਦਾ, ਉਹ ਵੀ ਸਾਡੇ ਵਿੱਚ ਹੈਗਾ। ਹਿਰਨ ਜਿਹੜਾ ਉਹ ਘੰਡੇ ਹੇੜੇ ਦੇ ਸ਼ਬਦ ਤੋਂ ਪਿੱਛੇ ਜਾਂਦਾ, ਅਸੀਂ ਆਵਾਜ਼ਾਂ ਦੇ ਪਿੱਛੇ ਜਾਂਦੇ ਆ, ਸ਼ਬਦ ਦੇ ਪਿੱਛੇ ਜਾਂਦੇ ਆ। ਇਹ ਸਾਰੇ ਸਾਡੇ ਵਿੱਚ ਜਿਹੜੇ ਆ ਗਏ ਨੇ ਗੁਣ। ਤੇ ਪੰਜੇ ਜਿਹੜੀਆਂ ਬਿਰਤੀਆਂ ਨੇ ਨਾ, ਇਹ ਪਸ਼ੂ ਬਿਰਤੀਆਂ ਨੇ। ਜਦੋਂ ਆਪਾਂ ਬਾਂਦਰ ਨੂੰ ਫੜਨਾ ਹੋਵੇ ਨਾ, ਬਾਂਦਰ ਦੇ ਵਿੱਚ ਲਾਲਚ ਹੁੰਦਾ, ਲਾਲਚ ਹੁੰਦਾ ਨਾ, ਤੇ ਬਾਂਦਰ ਨੂੰ ਫੜਨਾ ਤੇ ਥੋੜੀ ਜਿਹੀ ਕੁੱਜੀ ਦੱਬ ਦਿੰਦੇ ਆ, ਉਹਦੇ ਵਿੱਚ ਛੋਲੇ ਪਾ ਦਿੱਤੇ, ਫੁੱਲੇ ਪਾ ਦਿੱਤੇ, ਉਹ ਹੱਥ ਵਿੱਚ ਕਰਦਾ ਤੇ ਉਹ ਮੁੱਠ ਨੂੰ ਅੰਦਰ ਬੰਨ ਲੈਂਦਾ, ਉਹ ਮੁੱਠ ਨਹੀਂ ਕੱਢਦਾ। ਮੁੱਠ ਨਾ ਕੱਢਣ ਕੇ ਫੜਿਆ ਜਾਂਦਾ, ਮੁੱਠ ਛੱਡਦਾ ਨਹੀਂਗਾ। ਜੇ ਹੁਣ ਹਾਥੀ ਆ, ਉਹ ਕਾਮ ਦੇ ਪਿੱਛੇ ਜਾਂਦਾ, ਉਹਨੂੰ ਉਹਦੇ ਕਰਕੇ ਫੜਿਆ, ਕਾਮ ਦੀ ਤੌਰ ਦੇ ਉੱਤੇ ਬਣਾ ਕੇ। ਆਪਣੇ ਕੋਲ ਮਿੰਟ ਮੈਂ ਇੱਕ ਅੱਧਾ ਹੀ ਆ ਤੇ ਕਰ ਦਿਓ ਇਹਨੂੰ ਸਮਾਪਤੀ ਦੇ ਅਗਲੇ। ਮਤਲਬ ਸਾਡੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੇ ਪੰਜੇ ਗੁਣ ਇਹ ਸਾਨੂੰ ਉੱਥੋਂ ਹੀ ਆਏ ਆ, ਜਾਨਵਰਾਂ ਤੋਂ ਆਏ ਆ। ਤੇ ਔਰ ਜਾਨਵਰਾਂ ਦੇ ਗੁਣ ਸਾਡੇ ਵਿੱਚ ਇਸ ਵੇਲੇ ਮੌਜੂਦ ਹਨ ਤੇ ਉਹਨਾਂ ਦੇ ਕਰਕੇ ਅਸੀਂ ਸਾਰੇ ਗਲਤਾਨ ਹੋਏ ਆ। ਤੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਵੀ ਪੰਜ ਗੁਣਾਂ ਨੂੰ ਮਾਰ ਨਹੀਂ ਸਕਦੇ ਤੁਸੀਂ, ਇਹਨਾਂ ਦੀ ਸਹਿਯੋਗ ਵਰਤੋਂ ਤੁਸੀਂ ਕਰ ਸਕਦੇ ਹੋ। ਚਲੋ ਆਪਾਂ ਇਸ ਗੱਲ ਨੂੰ ਥੋੜੀ ਸਮਾਪਤ ਕਰੀਏ ਕਿ ਮਨੁੱਖ ਦਾ ਜਿਹੜਾ ਪੈਦਾਇਸ਼ ਹੈ ਪਰਮਾਤਮਾ ਤੋਂ ਪੰਜਾਂ ਤੱਤਾਂ ਦੇ ਰਾਹੀਂ, ਤੇ ਮਨੁੱਖ ਨੇ ਬਾਅਦ ਚ ਪਰਮਾਤਮਾ ਵਿੱਚ ਹੀ ਮਿਲਣਾ ਹੈ, ਤਾਂ ਉਹਦੀ ਯਾਤਰਾ ਸੰਪੂਰਨ ਹੋਣੀ ਹੈ। ਮਨੁੱਖ ਦਾ ਵਿਕਾਸ ਜਿਹੜਾ ਸੰਪੂਰਨ ਤਾਂ ਹੋਣਾ ਜਦੋਂ ਪਰਮਾਤਮਾ 'ਚ ਮਿਲਣਾ ਹੈ। ਪਰ ਮਨੁੱਖ ਦੇ ਵਿੱਚ ਇਹ ਗੁਣ ਵੀ ਹੈ ਕਿ ਕੋਈ ਪਿਛਲੀਆਂ ਜੂਨਾਂ 'ਚੋਂ ਲੰਘ ਕੇ ਉਹ ਪਿੱਛੇ ਵੀ ਜਾ ਸਕਦਾ ਹੈ, ਉਹ ਅਗਾਂਹ ਵੀ ਜਾ ਸਕਦਾ, ਉਹ ਦੇਵਤਾ ਵੀ ਬਣ ਸਕਦਾ ਹੈ, ਉਹ ਪਸ਼ੂ ਵੀ ਬਣ ਸਕਦਾ ਹੈ। ਇੱਥੋਂ ਕੋਈ ਗੱਲ ਆਪਾਂ ਦੁਬਾਰਾ ਸ਼ੁਰੂ ਕਰਾਂਗੇ। ਡਾਕਟਰ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।
ਔਰ ਸੰਗਤ ਨੂੰ ਮੈਂ ਬੇਨਤੀ ਕਰਾਂਗਾ ਕਿ ਬੇਸ਼ੱਕ ਇਹ ਗੱਲ ਸਮਝਣੀ ਥੋੜੀ ਜਿਹੀ ਪਹਿਲਾਂ ਔਖੀ ਲੱਗੇ, ਪਰ ਜਦੋਂ ਇਹਦਾ ਇੱਕ ਤਰ੍ਹਾਂ ਦਾ ਮੁੱਢ ਬੰਨਿਆ ਗਿਆ, ਇਹ ਗੱਲ ਹਰ ਮਨੁੱਖ ਨੂੰ ਜਾਣਨੀ ਜ਼ਰੂਰੀ ਹੈ। ਆਪਣੇ ਆਪ ਬਾਰੇ, ਆਪਣੇ ਮਨ ਦੇ ਬਾਰੇ, ਆਪਣੀ ਆਤਮਾ ਦੇ ਬਾਰੇ ਜਿਹੜੇ ਸਵਾਲ ਰੋਜ਼ ਤੁਹਾਡੇ ਮਨਾਂ 'ਚ ਪੈਦਾ ਹੁੰਦੇ ਨੇ, ਜੇ ਅਧਿਆਤਮਿਕ ਸਫ਼ਰ ਤੇ ਤੁਰਨਾ ਤੇ ਜਾਣਨੇ ਜ਼ਰੂਰੀ ਆ। ਸੋ ਜੁੜੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਲੰਬਾ ਹੋ ਗਿਆ ਨਾ ਫਿਰ।